ਅੱਜ ਆਓ ਅਸੀਂ ਚੀਜ਼ਾਂ ਬਾਈਬਲ ਅਨੁਸਾਰ ਪੂਰੀਆਂ ਹੁੰਦੀਆਂ ਹਨ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਜਿਵੇਂ ਪਰਮੇਸ਼ਵਰ ਨੇ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਸੀ, ਉਸੇ ਤਰ੍ਹਾਂ ਦੁਨੀਆ ਵਿੱਚ ਸਭ ਕੁਝ ਪੂਰਾ ਹੁੰਦਾ ਹੈ। ਜਦੋਂ ਅਸੀਂ ਦਾਨੀਏਲ ਅਤੇ ਪ੍ਰਕਾਸ਼ ਦੀ ਪੋਥੀ ਨੂੰ ਦੇਖਦੇ ਹਾਂ ਤਾਂ ਅਸੀਂ ਬਾਬੁਲ, ਜਿੱਥੇ ਨਬੀ ਦਾਨੀਏਲ ਰਹਿੰਦਾ ਸੀ, ਮਾਦੀ, ਫਾਰਸ, ਯੂਨਾਨ, ਰੋਮ ਅਤੇ ਪੋਪ ਦੇ ਅਧਿਕਾਰ ਦਾ ਜ਼ਿਕਰ ਦੇਖ ਸਕਦੇ ਹਾਂ। ਸਭ ਕੁਝ ਪਰਮੇਸ਼ਵਰ ਦੇ ਵਚਨ ਅਨੁਸਾਰ ਹੋਇਆ। ਜਦੋਂ ਪਰਮੇਸ਼ਵਰ ਨੇ ਕਿਹਾ ਕਿ ਰਾਜ ਨੂੰ 10 ਰਾਜਾਂ ਵਿੱਚ ਵੰਡਿਆ ਜਾਵੇਗਾ ਤਾਂ ਅਜਿਹਾ ਹੋਇਆ। ਇਸ ਤੋਂ ਇਲਾਵਾ ਪਰਮੇਸ਼ਵਰ ਨੇ ਯੂਨਾਨ ਬਾਰੇ ਕੀ ਕਿਹਾ? ਜਿਵੇਂ ਕਿ ਪਰਮੇਸ਼ਵਰ ਨੇ ਕਿਹਾ, ਉਸ ਜਾਨਵਰ ਦੇ 4 ਸਿਰ ਸੀ, ਉਸੇ ਤਰ੍ਹਾਂ ਸਿਕੰਦਰ ਮਹਾਨ ਦੀ ਮੌਤ ਤੋਂ ਬਾਅਦ ਯੂਨਾਨ ਨੂੰ 4 ਜਨਰਲਾਂ ਦੇ ਅਧੀਨ 4 ਰਾਜਾਂ ਵਿੱਚ ਵੰਡਿਆ ਗਿਆ ਸੀ। ਇਸ ਤੋਂ ਅਸੀਂ ਕੀ ਸਮਝ ਸਕਦੇ ਹਾਂ? ਕੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਸਾਰੀਆਂ ਚੀਜ਼ਾਂ ਬਾਈਬਲ ਅਨੁਸਾਰ ਪੂਰੀਆਂ ਹੁੰਦੀਆਂ ਹਨ? ਇਸ ਤੋਂ ਇਲਾਵਾ ਅਯੂਬ ਦੀ ਕਿਤਾਬ ਅਨੁਸਾਰ ਧਰਤੀ ਕਿਸ ਉੱਤੇ ਲਟਕੀ ਹੋਈ ਹੈ? ਇਹ ਬਿਨਾਂ ਸਹਾਰੇ ਦੇ ਲਟਕੀ ਹੋਈ ਹੈ। ਮਨੁੱਖ ਦੁਆਰਾ ਗੁਰੂਤਾਕਰਸ਼ਣ ਦੀ ਖੋਜ ਕਰਨ ਤੋਂ ਬਹੁਤ ਪਹਿਲਾਂ ਪਰਮੇਸ਼ਵਰ ਨੇ ਸਾਨੂੰ ਇਹ ਵਿਗਿਆਨਿਕ ਤੱਥ ਦੱਸਿਆ ਸੀ। ਇਸ ਲਈ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੁਨੀਆ ਵਿੱਚ ਸਭ ਕੁਝ ਬਾਈਬਲ ਅਨੁਸਾਰ ਹੋ ਰਿਹਾ ਹੈ। ਕੀ ਇਹ ਸਾਡੇ ਭਵਿੱਖ ਨੂੰ ਬਹੁਤ ਰੋਸ਼ਨ ਨਹੀਂ ਬਣਾਉਂਦਾ? ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ, ਸਾਡੇ ਕੋਲ ਇੱਕ ਉਮੀਦ ਨਾਲ ਭਰਿਆ ਭਵਿੱਖ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਭ ਕੁਝ ਬਾਈਬਲ ਦੇ ਅਨੁਸਾਰ ਪੂਰਾ ਹੋਵੇਗਾ। ਬਾਈਬਲ ਸਾਡੇ ਭਵਿੱਖ ਬਾਰੇ ਕੀ ਦੱਸਦੀ ਹੈ? ਕੀ ਅਸੀਂ ਸਵਰਗ ਦੇ ਰਾਜ ਵਿੱਚ ਨਹੀਂ ਹੋਵਾਂਗੇ? ਅਸੀਂ ਸਾਰੇ ਉਸ ਸ਼ਾਨਦਾਰ ਪਲ ਨੂੰ ਜੀਵਾਂਗੇ ਜਿੱਥੇ ਅਸੀਂ ਪਰਮੇਸ਼ਵਰ ਨਾਲ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਮਾਣਾਂਗੇ। ਇਸ ਲਈ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਸਿਰਫ ਦਾਨੀਏਲ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਦਰਜ ਇਤਿਹਾਸਕ ਦ੍ਰਿਸ਼ ਪੂਰੇ ਹੋਏ, ਹੋਰ ਬਾਕੀ ਕੁਝ ਪੂਰਾ ਨਹੀਂ ਹੋਵੇਗਾ। ਆਓ ਅਸੀਂ ਪਹਿਲਾ ਕੁਰਿੰਥੀਆਂ ਅਧਿਆਇ 15 ਵੱਲ ਜਾ ਕੇ ਪੁਸ਼ਟੀ ਕਰੀਏ ਕਿ ਹਰ ਘਟਨਾ ਬਾਈਬਲ ਅਨੁਸਾਰ ਪੂਰੀ ਹੁੰਦੀ ਹੈ। 1 ਕੁਰਿੰਥੀਆਂ ਅਧਿਆਇ 15। ਪਹਿਲਾ ਕੁਰਿੰਥੀਆਂ ਅਧਿਆਇ 15 ਵਚਨ 3 ਵਿੱਚ ਲਿਖਿਆ ਹੈ, ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ, ਜੋ ਮਸੀਹ ਕਿਸ ਦੇ ਅਨੁਸਾਰ, ਪੁਸਤਕਾਂ ਦੇ ਅਨੁਸਾਰ, ਦੂਜੇ ਸ਼ਬਦਾਂ ਵਿੱਚ ਬਾਈਬਲ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਕਿ ਦੱਬਿਆ ਗਿਆ ਅਤੇ ਫਿਰ ਤੋਂ ਕਿਸ ਦੇ ਅਨੁਸਾਰ, ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਅਤੇ ਇਹ ਜੋ ਕੇਫਾਸ ਨੂੰ ਅਤੇ ਫਿਰ ਉਹਨਾਂ 12 ਨੂੰ ਦਰਸ਼ਨ ਦਿੱਤਾ। ਵਚਨ 3 ਅਤੇ 4 ਵਿੱਚ ਲਿਖਿਆ ਹੈ ਕਿ ਮਸੀਹ ਬਾਈਬਲ ਦੇ ਅਨੁਸਾਰ ਸਾਡੇ ਪਾਪਾਂ ਲਈ ਮਰਿਆ ਅਤੇ ਜੀ ਉੱਠਿਆ। ਉਹ ਬਾਈਬਲ ਦੇ ਅਨੁਸਾਰ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ। ਮਸੀਹ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਲਈ ਸਲੀਬ ਤੇ ਮਰੇ। ਕੀ ਇਹ ਬਾਈਬਲ ਵਿੱਚ ਨਹੀਂ ਲਿਖਿਆ ਗਿਆ ਹੈ? ਪਹਿਲਾਂ ਤੋਂ ਹੀ ਹਰ ਗੱਲ ਦੀ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਸੀ, ਹੈ ਨਾ? ਇਸ ਕਰਕੇ ਕੀ ਸਾਨੂੰ ਕਦੇ ਵੀ ਬਾਈਬਲ ਵਿੱਚ ਇੱਕ ਵੀ ਸ਼ਬਦ ਜੋੜਨਾ ਚਾਹੀਦਾ ਜਾਂ ਇਸ ਤੋਂ ਕੁਝ ਘਟਾਉਣਾ ਚਾਹੀਦਾ ਹੈ? ਸਾਨੂੰ ਕਦੇ ਇੱਕ ਅੱਖਰ ਵੀ ਨਹੀਂ ਬਦਲਣਾ ਚਾਹੀਦਾ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਸਭ ਕੁਝ ਬਾਈਬਲ ਦੇ ਅਨੁਸਾਰ ਚੱਲ ਰਿਹਾ ਹੈ, ਜਿਵੇਂ ਕਿ ਮੈਂ ਅੱਜ ਦੇ ਉਪਦੇਸ਼ ਦੇ ਸਿਰਲੇਖ ਵਿੱਚ ਜ਼ਿਕਰ ਕੀਤਾ ਹੈ। ਹਾਲ ਹੀ ਵਿੱਚ ਇਸ ਗਰਮੀ ਵਿੱਚ ਇੱਕ ਤੂਫਾਨ ਆਇਆ ਅਤੇ ਉਸ ਦੇ ਕਾਰਨ ਕੋਰੀਆ ਵਿੱਚ ਬਹੁਤ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਭਾਰੀ ਮੀਂਹ ਨੇ ਮਹਾਨਗਰ ਖੇਤਰ ਅਤੇ ਕੇਂਦਰੀ ਖੇਤਰ ਨੂੰ ਬਹੁਤ ਨੁਕਸਾਨ ਪਹੁੰਚਾਇਆ।
ਨੁਕਸਾਨਾਂ ਵਿੱਚ ਕੀ ਪੋਹਾਂਗ ਵਰਗੇ ਖੇਤਰਾਂ ਵਿੱਚ ਕੋਈ ਦੁਰਘਟਨਾ ਨਹੀਂ ਹੋਈ ਸੀ ਜਿਸ ਵਿੱਚ ਲੋਕਾਂ ਦੀ ਜਾਨ ਚਲੀ ਗਈ। ਕਈ ਸੋਹਣੀਆਂ ਤੱਟਰੇਖਾਵਾਂ ਅਤੇ ਉੱਚੀਆਂ ਇਮਾਰਤਾਂ ਉੱਥੇ ਸਥਿਤ ਹਨ। ਖੂਬਸੂਰਤ ਨਜ਼ਾਰਿਆਂ ਕਾਰਨ ਬਹੁਤ ਸਾਰੇ ਲੋਕਾਂ ਨੇ ਉੱਥੇ ਅਪਾਰਟਮੈਂਟ ਖਰੀਦੇ। ਹਾਲਾਂਕਿ ਤੂਫਾਨ ਹਮੇਸ਼ਾ ਉਸ ਖੇਤਰ ਤੋਂ ਲੰਘਦਾ ਹੈ, ਇਸ ਲਈ ਨਿਵਾਸੀ ਬੇਚੈਨ ਹਨ। ਉਹਨਾਂ ਨੇ ਸੁੰਦਰ ਨਜ਼ਾਰਿਆਂ ਲਈ ਪਹਾੜਾਂ ਵਿੱਚ ਆਪਣੇ ਵਿਲਾ ਬਣਾਏ ਅਤੇ ਆਪਣਾ ਬਾਕੀ ਜੀਵਨ ਉੱਥੇ ਬਿਤਾਉਣ ਦੀ ਯੋਜਨਾ ਨਾਲ ਸਮੁੰਦਰ ਦਰਿਸ਼ ਸੰਪਤੀਆਂ ਦਾ ਨਿਰਮਾਣ ਕੀਤਾ। ਹਾਲਾਂਕਿ ਜੰਗਲ ਦੀ ਅੱਗ ਅਤੇ ਤੂਫਾਨ ਵਰਗੀਆਂ ਇਹਨਾਂ ਸਾਰੀਆਂ ਭਿਆਨਕ ਅਤੇ ਜਾਨਲੇਵਾ ਘਟਨਾਵਾਂ ਨੂੰ ਦੇਖਦੇ ਹੋਏ ਲੋਕ ਹੁਣ ਕਹਿੰਦੇ ਹਨ, ਬੇਸ਼ੱਕ ਸੁੰਦਰ ਨਜ਼ਾਰਿਆਂ ਵਾਲੀਆਂ ਥਾਵਾਂ ਚੰਗੀਆਂ ਹਨ, ਪਰ ਸਭ ਤੋਂ ਵਧੀਆ ਜਗ੍ਹਾ ਇੱਕ ਸੁਰੱਖਿਅਤ ਜਗ੍ਹਾ ਹੈ। ਕੀ ਅਸੀਂ ਪਰਮੇਸ਼ਵਰ ਵੱਲੋਂ ਦਿੱਤੀ ਬਾਈਬਲ ਦੇ ਮਾਰਗਦਰਸ਼ਨ ਦਾ ਪਾਲਣ ਕਰਦੇ ਹੋਏ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨ ਤੇ ਨਹੀਂ ਆਏ ਹਾਂ? ਯਿਰਮੀਯਾਹ ਅਧਿਆਇ 4 ਵਚਨ 5 ਦੇ ਅਨੁਸਾਰ ਸਭ ਤੋਂ ਸੁਰੱਖਿਅਤ ਜਗ੍ਹਾ ਕਿੱਥੇ ਹੈ? ਪਰਮੇਸ਼ਵਰ ਸਾਰੀ ਮਨੁੱਖਜਾਤੀ ਨੂੰ ਕਹਿ ਰਹੇ ਹਨ ਕਿ ਉਹ ਬਿਨਾਂ ਦੇਰੀ ਕੀਤੇ ਛੇਤੀ ਹੀ ਸਿਯੋਨ ਵੱਲ ਭੱਜ ਜਾਣ। ਸਾਨੂੰ ਐਲੋਹੀਮ ਪਰਮੇਸ਼ਵਰ ਨੂੰ ਸਦੀਪਕ ਧੰਨਵਾਦ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਚੁਣਿਆ ਹੈ ਅਤੇ ਸਾਨੂੰ ਉਸ ਸੁਰੱਖਿਅਤ ਸਥਾਨ ਵੱਲ ਅਗਵਾਈ ਕੀਤੀ ਹੈ। ਆਖਰੀ ਦਿਨਾਂ ਵਿੱਚ ਸਿਰਫ ਜਲਵਾਯੂ ਤਬਾਹੀਆਂ ਹੀ ਸਿਰਫ ਤਬਾਹੀਆਂ ਨਹੀਂ ਹੋਣਗੀਆਂ। ਪਰਮੇਸ਼ਵਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅੰਤ ਦੇ ਦਿਨਾਂ ਵਿੱਚ ਸਾਰੀ ਦੁਨੀਆ ਦਾ ਨਿਆਂ ਨੂੰ ਅੱਗ ਦੁਆਰਾ ਕੀਤਾ ਜਾਵੇਗਾ ਅਤੇ ਸਾਨੂੰ ਸਭ ਤੋਂ ਸੁਰੱਖਿਅਤ ਸਥਾਨ ਵਿੱਚ ਰਹਿਣਾ ਚਾਹੀਦਾ ਹੈ। ਆਓ ਅਸੀਂ 2 ਪਤਰਸ ਅਧਿਆਇ 3 ਉੱਤੇ ਜਾਈਏ। ਕਿਉਂਕਿ ਸਭ ਕੁਝ ਪਰਮੇਸ਼ਵਰ ਦੇ ਮਾਰਗਦਰਸ਼ਨ ਦੇ ਅਨੁਸਾਰ ਪੂਰਾ ਹੁੰਦਾ ਹੈ, ਇਸ ਲਈ ਸਾਨੂੰ ਹਮੇਸ਼ਾ ਉਹਨਾਂ ਦੀ ਅਗਵਾਈ ਦੀ ਪਾਲਣਾ ਕਰਨੀ ਚਾਹੀਦੀ ਹੈ। ਆਓ ਅਸੀਂ ਦੂਸਰਾ ਪਤਰਸ ਅਧਿਆਇ 3 ਵਚਨ 6 ਦੇਖੀਏ। ਅਧਿਆਇ 3 ਵਚਨ 6 ਵਿੱਚ ਲਿਖਿਆ ਹੈ, ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ, ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਉਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਨ ਮਨੁੱਖਾਂ ਦੇ ਨਿਆਉਣ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ। ਨੂਹ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਪਾਣੀ ਦੁਆਰਾ ਦੁਨੀਆ ਨੂੰ ਤਬਾਹ ਕਰ ਦਿੱਤਾ ਅਤੇ ਦੁਸ਼ਟ ਲੋਕਾਂ ਦਾ ਨਿਆਂ ਕੀਤਾ। ਅੰਤ ਦੇ ਦਿਨਾਂ ਵਿੱਚ ਪਰਮੇਸ਼ਵਰ ਅੱਗ ਨਾਲ ਸੰਸਾਰ ਦਾ ਨਿਆਂ ਨੂੰ ਕਰਨਗੇ। ਇਹ ਬਾਈਬਲ ਵਿੱਚ ਦਰਜ ਕੀਤਾ ਗਿਆ ਹੈ। ਸਭ ਕੁਝ ਬਾਈਬਲ ਦੇ ਅਨੁਸਾਰ ਪੂਰਾ ਹੋਇਆ ਹੈ। ਪਰਮੇਸ਼ਵਰ ਇਸ ਇੱਕ ਹਿੱਸੇ ਨੂੰ ਪੂਰਾ ਹੋਣ ਤੋਂ ਅਣਗੌਲੀ ਨਹੀਂ ਕਰਨਗੇ। ਬਾਈਬਲ ਦੇ ਸਾਰੇ ਰਿਕਾਰਡ ਕਿਵੇਂ ਲਿਖੇ ਗਏ ਸੀ? ਪਰਮੇਸ਼ਵਰ ਨੇ ਆਪਣੇ ਨਬੀਆਂ ਨੂੰ ਦੱਸਿਆ ਅਤੇ ਜਿਵੇਂ ਹੀ ਉਹ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਏ, ਉਹਨਾਂ ਨੇ ਪਰਮੇਸ਼ਵਰ ਦੇ ਵਚਨਾਂ ਨੂੰ ਦਰਜ ਕੀਤਾ। ਇਸ ਲਈ ਸਭ ਕੁਝ ਬਾਈਬਲ ਅਨੁਸਾਰ ਪੂਰਾ ਹੁੰਦਾ ਹੈ। ਇਤਿਹਾਸ ਵੀ ਬਾਈਬਲ ਦੀ ਪੂਰਤੀ ਹੈ। ਇਸ ਨੂੰ ਕੋਈ ਮਨੁੱਖ ਨਹੀਂ ਬਦਲ ਸਕਦਾ। ਇਸ ਲਈ ਜਦੋਂ ਅਸੀਂ ਅੱਜ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਨੂੰ ਦੇਖਦੇ ਹਾਂ, ਤਾਂ ਸਾਨੂੰ ਇਸ ਤੱਥ ਦੀ ਭਾਲ ਕਰਨ ਦੀ ਲੋੜ ਹੈ ਕਿ ਇਹ ਯੁੱਗ ਇੱਕ ਨਿਸ਼ਚਿਤ ਬਿੰਦੂ ਤੇ ਪਹੁੰਚ ਗਿਆ ਹੈ। ਹੁਣ ਜਲਵਾਯੂ ਵਿਗਿਆਨੀ ਅਤੇ ਮੌਸਮ ਵਿਗਿਆਨੀ ਕਹਿੰਦੇ ਹਨ, ਮਨੁੱਖ ਹੁਣ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਨਹੀਂ ਕਰ ਸਕਦੇ। ਅਸੀਂ ਪਹਿਲਾਂ ਹੀ ਉਸ ਸੀਮਾ ਨੂੰ ਪਾਰ ਚੁੱਕੇ ਹਾਂ। ਉਹ ਇਹਨਾਂ ਸਮੀਕਰਨਾਂ ਦੀ ਵਰਤੋਂ ਕਰ ਰਹੇ ਹਨ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਮਨੁੱਖਜਾਤੀ ਖਤਰੇ ਵਿੱਚ ਹੈ? ਜਦੋਂ ਵੀ ਅਜਿਹਾ ਖਤਰਾ ਹੁੰਦਾ ਹੈ ਤਾਂ ਪਰਮੇਸ਼ਵਰ ਅਲਾਰਮ ਵਜਾਉਂਦੇ ਹਨ। ਬਿਨਾਂ ਦੇਰੀ ਕੀਤੇ ਸਿਯੋਨ ਵੱਲ ਭੱਜੋ। ਬਹੁਤ ਸਾਰੇ ਲੋਕ ਅਜੇ ਵੀ ਸਿਯੋਨ ਬਾਰੇ ਨਹੀਂ ਜਾਣਦੇ, ਇਸ ਲਈ ਉਹਨਾਂ ਨੂੰ ਸਿਯੋਨ ਬਾਰੇ ਦੱਸੋ ਤਾਂ ਜੋ ਉਹ ਜਲਦੀ ਨਾਲ ਸਿਯੋਨ ਵਾਪਸ ਆ ਸਕਣ। ਜਲਵਾਯੂ ਆਫਤਾਵਾਂ ਅਤੇ ਯੁੱਧ ਨਿਸ਼ਚਿਤ ਰੂਪ ਨਾਲ ਵੱਡੀਆਂ ਸਮੱਸਿਆਵਾਂ ਹਨ, ਪਰ ਸਦੀਪਕ ਕਾਲ ਦੇ ਨਰਕ ਵਿੱਚ ਦੁੱਖ ਝੱਲਣਾ ਸਭ ਤੋਂ ਵੱਡੀ ਤਬਾਹੀ ਹੈ।
ਇਸ ਲਈ ਪਰਮੇਸ਼ਵਰ ਮਨੁੱਖਜਾਤੀ ਨੂੰ ਆਪਣੇ ਨਿਵਾਸ ਸਥਾਨ ਸੀਯੋਨ ਨੂੰ ਜਲਦੀ ਵਾਪਸ ਜਾਣ ਲਈ ਕਹਿ ਰਹੇ ਹਨ। ਆਓ ਜਾਰੀ ਰੱਖੀਏ। ਦੂਸਰਾ ਪਤਰਸ ਅਧਿਆਇ 3 ਵਚਨ 10। ਪਰੰਤੂ ਪ੍ਰਭ ਦਾ ਦਿਨ ਚੋਰ ਵਾਂਗ ਆਵੇਗਾ, ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤਾਂ ਹੁਣ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ। ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ, ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਗਰ ਜਾਣਗੀਆਂ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਯਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ। ਬਾਈਬਲ ਵਿੱਚ ਲਿਖੀ ਹਰ ਗੱਲ ਪੂਰੀ ਹੋਈ ਹੈ। ਬਾਬੁਲ, ਮਾਦੀ, ਫਾਰਸ, ਯੂਨਾਨ, ਰੋਮ ਅਤੇ ਪੋਪ ਦਾ ਅਧਿਕਾਰ ਪ੍ਰਗਟ ਹੋਇਆ। ਸੰਸਾਰ ਦੇ ਇਤਿਹਾਸ ਦੌਰਾਨ ਰਾਜਾਂ ਦੀ ਸਥਾਪਨਾ ਅਤੇ ਉਹਨਾਂ ਦਾ ਮਿਟਣਾ ਪਰਮੇਸ਼ਵਰ ਦੇ ਵਚਨ ਅਨੁਸਾਰ ਹੋਇਆ। ਪਰਮੇਸ਼ਵਰ ਨੇ ਹੰਜੀਰ ਦੇ ਬਿਰਛ ਦੇ ਦ੍ਰਿਸ਼ਟਾਂਤ ਦੁਆਰਾ ਇਸਰਾਇਲ ਦੇ ਵਿਨਾਸ਼ ਅਤੇ ਇਸਰਾਇਲ ਦੀ ਬਹਾਲੀ ਦੀ ਵੀ ਭਵਿੱਖਬਾਣੀ ਕੀਤੀ। ਇਹ ਭਵਿੱਖਬਾਣੀ ਵੀ ਪੂਰੀ ਹੋਈ। ਆਮ ਸਮਝ ਦੀ ਵਰਤੋਂ ਕਰਕੇ ਇਹ ਸਮਝਣਾ ਔਖਾ ਹੈ। ਇਸਰਾਇਲ ਤੋਂ ਇਲਾਵਾ ਕੀ ਕੋਈ ਅਜਿਹਾ ਦੇਸ਼ ਹੈ ਜਿਸ ਨੇ 1900 ਸਾਲਾਂ ਤੋਂ ਬਾਅਦ ਆਪਣੇ ਦੇਸ਼ ਨੂੰ ਬਹਾਲ ਕੀਤਾ ਹੈ? ਨਹੀਂ। ਹਾਲਾਂਕਿ ਕਿਉਂਕਿ ਇਹ ਬਾਈਬਲ ਵਿੱਚ ਲਿਖਿਆ ਗਿਆ ਸੀ, ਇਸ ਲਈ ਪਰਮੇਸ਼ਵਰ ਨੇ ਇਸ ਨੂੰ ਹੋਣ ਦਿੱਤਾ। ਇਹ ਕਿਵੇਂ ਸੰਭਵ ਹੋਇਆ? ਇਹ ਸੰਭਵ ਸੀ ਕਿਉਂਕਿ ਪਰਮੇਸ਼ਵਰ ਯੁੱਗ ਅਤੇ ਸਾਰੀਆਂ ਚੀਜ਼ਾਂ ਦੀ ਅਗਵਾਈ ਕਰ ਰਹੇ ਹਨ। ਇਹ ਜ਼ਮੀਨ 1000 ਸਾਲ ਪਹਿਲਾਂ ਸਾਡੀ ਸੀ, ਇਸ ਲਈ ਕਿਰਪਾ ਕਰਕੇ ਇਸ ਨੂੰ ਵਾਪਸ ਕਰੋ। ਮਨੁੱਖੀ ਮਿਆਰ ਅਨੁਸਾਰ ਇਹ ਬਕਵਾਸ ਹੈ। ਇਸਰਾਇਲ ਨੇ 70 ਈਸਵੀ ਵਿੱਚ ਆਪਣੀ ਪ੍ਰਭੂਸੱਤਾ ਗੁਆ ਦਿੱਤੀ ਸੀ, ਪਰ 1948 ਵਿੱਚ ਉਸਨੇ ਆਪਣੀ ਪ੍ਰਭੂਸੱਤਾ ਮੁੜ ਪ੍ਰਾਪਤ ਕਰ ਲਈ। ਠੀਕ ਜਿਵੇਂ ਪਰਮੇਸ਼ਵਰ ਨੇ ਬਾਈਬਲ ਵਿੱਚ ਦਰਜ ਕੀਤਾ ਹੈ, ਸਾਰੀਆਂ ਚੀਜ਼ਾਂ ਇੱਕ ਹਕੀਕਤ ਬਣ ਗਈਆਂ। ਸਾਨੂੰ ਕਦੇ ਵੀ ਬਾਈਬਲ ਦੀ ਕਿਸੇ ਵੀ ਭਵਿੱਖਬਾਣੀ ਨੂੰ ਤੁੱਛ ਨਹੀਂ ਮੰਨਣਾ ਚਾਹੀਦਾ। ਉਹ ਜ਼ਰੂਰ ਪੂਰੀਆਂ ਹੋਣਗੀਆਂ। ਆਓ ਅਸੀਂ ਸਫਨਿਆਹ ਅਧਿਆਇ 1 ਉੱਤੇ ਜਾਈਏ। ਸਫਨਿਆਹ ਅਧਿਆਇ 1 ਵਚਨ 14 ਵਿੱਚ ਲਿਖਿਆ ਹੈ, ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ। ਹਾਂ, ਯਹੋਵਾਹ ਦੀ ਆਵਾਜ਼ ਸੂਰਮਾ ਉੱਥੇ ਕੁੜੱਤਣ ਨਾਲ ਚਿੱਲਾਵੇਗਾ। ਉਹ ਦਿਨ ਕਹਿਰ ਦਾ ਦਿਨ ਹੈ, ਦੁੱਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ, ਤੁਰੀ ਅਤੇ ਨਾਰੇ ਦਾ ਦਿਨ, ਗੜਾਂ ਵਾਲੇ ਸ਼ਹਿਰਾਂ ਦੇ ਵਿਰੁੱਧ ਅਰ ਉੱਚੇ ਬੁਰਜ਼ਾਨ ਦੇ ਵਿਰੁੱਧ। ਮੈਂ ਆਦਮੀਆਂ ਉੱਤੇ ਖੇਚਲ ਲਿਆਵਾਂਗਾ ਅਤੇ ਉਹ ਅੰਨ੍ਹਿਆਂ ਵਾਂਗ ਤੁਰਨਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਪਾਪ ਕੀਤਾ, ਅਤੇ ਉਹਨਾਂ ਦਾ ਲਹੂ ਘੱਟੇ ਵਾਂਗ ਸੁੱਟਿਆ ਜਾਵੇਗਾ ਅਤੇ ਉਹਨਾਂ ਦਾ ਮਾਂਸ ਬਿਸ਼ਟੇ ਵਾਂਗ। ਯਹੋਵਾਹ ਦੇ ਕਹਿਰ ਦੇ ਦਿਨ ਵਿੱਚ ਨਾ ਉਹਨਾਂ ਦਾ ਸੋਨਾ ਨਾ ਉਹਨਾਂ ਦੀ ਚਾਂਦੀ ਉਹਨਾਂ ਨੂੰ ਛੁਡਾਵੇਗੀ, ਪਰ ਉਹਦੀ ਅਣਖ ਦੀ ਅੱਗ ਨਾਲ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਪੂਰਾ ਅੰਤ, ਹਾਂ, ਧਰਤੀ ਦੇ ਸਭ ਵਾਸੀਆਂ ਦਾ ਅਚਾਨਕ ਅੰਤ ਕਰ ਦੇਵੇਗਾ। ਪਰਮੇਸ਼ਵਰ ਨੇ ਲੋਕਾਂ ਨੂੰ ਡਰਾਉਣ ਲਈ ਕਿ ਅਜਿਹਾ ਭਿਆਨਕ ਦਿਨ ਹੋਵੇਗਾ, ਇਹਨਾਂ ਵਚਨਾਂ ਨੂੰ ਬਾਈਬਲ ਵਿੱਚ ਨਹੀਂ ਲਿਖਿਆ ਸੀ। ਕੀ ਪਰਮੇਸ਼ਵਰ ਨੇ ਇਹ ਵਚਨ ਇਸ ਲਈ ਨਹੀਂ ਦਿੱਤੇ ਕਿਉਂਕਿ ਇਹ ਗੱਲਾਂ ਨਿਸ਼ਚਿਤ ਰੂਪ ਨਾਲ ਹੋਣਗੀਆਂ? ਆਓ ਅਸੀਂ ਅਧਿਆਇ 2 ਵਚਨ 10 ਉੱਤੇ ਜਾਈਏ। ਅਧਿਆਇ 2 ਵਚਨ 10। ਇਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ, ਕਿਉਂ ਜੋ ਉਹਨਾਂ ਨੇ ਉਲਾਹਮਾ ਦਿੱਤਾ ਅਤੇ ਸੈਨਾਨ ਦੇ ਯਹੋਵਾਹ ਦੀ ਪਰਜਾ, ਉਹਨਾਂ ਨੇ ਪਰਮੇਸ਼ਵਰ ਦੇ ਲੋਕਾਂ ਨਾਲ ਕੀ ਕੀਤਾ? ਉਹਨਾਂ ਨਾਲ ਅਜਿਹਾ ਹੋਵੇਗਾ ਕਿਉਂਕਿ ਉਹਨਾਂ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਲੋਕਾਂ ਦਾ ਅਪਮਾਨ ਕੀਤਾ ਅਤੇ ਉਹਨਾਂ ਦਾ ਮਜ਼ਾਕ ਉਡਾਇਆ। ਆਓ ਅਸੀਂ ਅਧਿਆਇ 3 ਉੱਤੇ ਜਾਈਏ। ਅਧਿਆਇ 3 ਵਚਨ 8।
ਸੋ ਮੇਰੇ ਲਈ ਠਹਿਰੇ ਰਹੋ, ਯਹੋਵਾ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮ੍ਹਾਂ ਕਰਾਂ, ਭਈ ਮੈਂ ਉਹਨਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ। ਬਾਈਬਲ ਦੇ ਰਿਕਾਰਡ ਸਿਰਫ ਇਸਰਾਇਲ ਦੀ ਆਜ਼ਾਦੀ ਬਾਰੇ ਜਾਂ ਬਾਬੁਲ, ਮਾਦੀ ਫਾਰਸ, ਯੂਨਾਨ, ਰੋਮ ਦੇ ਰਾਜਾਂ ਅਤੇ ਪੋਪ ਦੇ ਅਧਿਕਾਰ ਦੀਆਂ ਭਵਿੱਖਬਾਣੀਆਂ ਬਾਰੇ ਨਹੀਂ ਹਨ। ਪਰਮੇਸ਼ਵਰ ਨੇ ਬਾਈਬਲ ਅਤੇ ਨਬੀਆਂ ਰਾਹੀਂ ਉਹਨਾਂ ਘਟਨਾਵਾਂ ਬਾਰੇ ਪਹਿਲਾਂ ਦੀ ਦਰਜ ਕਰ ਲਿਆ ਹੈ ਜੋ ਪੂਰੀ ਦੁਨੀਆ ਵਿੱਚ ਹੋਣਗੀਆਂ। ਇੱਕ ਦਿਨ ਆਵੇਗਾ ਜਦੋਂ ਬਹੁਤ ਸਾਰੇ ਲੋਕ ਜ਼ਿੰਦਗੀ ਦੀਆਂ ਚਿੰਤਾਵਾਂ ਨਾਲ ਦੱਬੇ ਹੋਏ ਹੋਣਗੇ। ਦੇਸ਼ ਉੱਤੇ ਕਾਲ ਪੈ ਜਾਵੇਗਾ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅਕਸਰ ਭੂਚਾਲ ਆਉਣਗੇ। ਵੱਖ-ਵੱਖ ਥਾਵਾਂ ਤੇ ਲੜਾਈਆਂ ਹੋਣਗੀਆਂ। ਇਸ ਤੋਂ ਇਲਾਵਾ ਅਜਿਹੇ ਕਈ ਦੇਸ਼ ਹਨ ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ ਦੇਸ਼ ਇੱਕ ਦੇਸ਼ ਬਣਾਉਂਦੇ ਹਨ। ਕੌਮ ਦੇ ਵਿਰੁੱਧ ਉੱਠੇਗੀ। ਲੋਕ ਜਾਣ ਬੁੱਝ ਕੇ ਆਪਣੀ ਸਥਿਤੀ ਨੂੰ ਭੁੱਲਾਉਣ ਲਈ ਭੜਕਾਟ ਅਤੇ ਸ਼ਰਾਬੀ ਹੋਣ ਵਿੱਚ ਮਗਨ ਹੋਣਗੇ। ਜੀਵਨ ਦੀਆਂ ਚਿੰਤਾਵਾਂ ਕਾਰਨ ਲੋਕਾਂ ਦਾ ਪਰਮੇਸ਼ਵਰ ਪ੍ਰਤੀ ਵਿਸ਼ਵਾਸ ਘੱਟ ਹੋ ਜਾਵੇਗਾ। ਪਰ ਸਵਰਗੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਦੁਨੀਆ ਦੇ ਭਵਿੱਖ ਬਾਰੇ ਬਾਈਬਲ ਰਾਹੀਂ ਸਿਖਾਇਆ ਹੈ। ਜੇ ਅਸੀਂ ਜਾਗੇ ਨਹੀਂ ਹਾਂ ਤਾਂ ਸਾਡੇ ਵਿਸ਼ਵਾਸ ਦਾ ਕੀ ਹੋਵੇਗਾ? ਇਹ ਸੁਸਤ ਹੋ ਜਾਵੇਗਾ। ਜੇ ਮੈਂ ਇੱਕ ਵਾਰ ਸਬਤ ਨੂੰ ਛੱਡ ਦਿਆਂ ਤਾਂ ਕੀ ਕੁਝ ਬੁਰਾ ਹੋਵੇਗਾ? ਜੇਕਰ ਮੈਂ ਇਸ ਸਾਲ ਪਸਾਹ ਨਹੀਂ ਮਨਾਉਂਦਾ ਤਾਂ ਕੀ ਕੁਝ ਹੋਵੇਗਾ? ਸਾਡਾ ਵਿਸ਼ਵਾਸ ਸੰਸਾਰਿਕ ਗੱਲਾਂ ਕਾਰਨ ਇਸ ਤਰ੍ਹਾਂ ਸੁੰਨ ਨਹੀਂ ਹੋਣਾ ਚਾਹੀਦਾ। ਇਹ ਧਰਤੀ ਕੇਵਲ ਇੱਕ ਅਸਥਾਈ ਨਿਵਾਸ ਸਥਾਨ ਹੈ, ਕਿਉਂਕਿ ਸਵਰਗ ਦਾ ਰਾਜ ਸਾਡਾ ਸਦੀਪਕ ਨਿਵਾਸ ਸਥਾਨ ਹੈ। ਇਸ ਲਈ ਸਾਨੂੰ ਉਹਨਾਂ ਚੀਜ਼ਾਂ ਨੂੰ ਹਟਾ ਦੇਣਾ ਚਾਹੀਦਾ ਹੈ ਜੋ ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਸਕਦੀ ਹੈ। ਸਾਨੂੰ ਧੀਰਜ ਨਾਲ ਉਤਸ਼ਾਹਿਤ ਹੋਣਾ ਚਾਹੀਦਾ ਹੈ ਅਤੇ ਅੰਤ ਤੱਕ ਸਵਰਗ ਦੇ ਰਾਜ ਵੱਲ ਦੌੜਨਾ ਚਾਹੀਦਾ ਹੈ। ਸਫਨਯਾਹ ਦੀ ਭਵਿੱਖਬਾਣੀ ਵਿੱਚ ਪਰਮੇਸ਼ਵਰ ਨੇ ਕਿਹਾ, ਸਾਰਾ ਸੰਸਾਰ ਮੇਰੇ ਜਲਨ ਦੀ ਅੱਗ ਦੁਆਰਾ ਭਸਮ ਹੋ ਜਾਵੇਗਾ। ਦਰਅਸਲ ਸਭ ਚੀਜ਼ਾਂ ਬਾਈਬਲ ਅਨੁਸਾਰ ਹੋ ਰਹੀਆਂ ਹਨ। ਆਓ ਅਸੀਂ ਲੂਕਾ ਦੀ ਇੰਜੀਲ ਦੇ ਅਧਿਆਇ 21 ਵਚਨ 9 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 21 ਵਚਨ 9 ਵਿੱਚ ਯਿਸੂ ਨੇ ਕਿਹਾ, ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ। ਅੰਗਰੇਜ਼ੀ ਬਾਈਬਲ ਨੇ ਸਪਸ਼ਟ ਰੂਪ ਨਾਲ ਲੜਾਈਆਂ ਅਤੇ ਬਗਾਵਤਾਂ ਨੂੰ ਦੂਜੇ ਸ਼ਬਦਾਂ ਵਿੱਚ ਦੰਗਾ, ਬਗਾਵਤ ਜਾਂ ਗੜਬੜੀ ਦਰਜ ਕੀਤੀ। ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਹੋਵੇ ਨਹੀਂ। ਤਦ ਉਸਨੇ ਉਹਨਾਂ ਨੂੰ ਕਿਹਾ, ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਵੱਡੇ ਭੁਚਾਲ ਥਾਂ ਕਾਲ ਅਤੇ ਮਰੀਆਂ। ਮਹਾਮਾਰੀ ਇੱਕ ਛੂਤ ਦੀ ਬਿਮਾਰੀ ਹੈ। ਕੋਵਿਡ-19 ਨੂੰ ਵੀ ਮਹਾਮਾਰੀ ਮੰਨਿਆ ਜਾ ਸਕਦਾ ਹੈ। ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ। ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਹਨ ਤਾਂ ਸਾਵਧਾਨ ਰਹੋ। ਵਚਨ 34, ਖਬਰਦਾਰ ਰਹੋ ਭਈ, ਜੇਕਰ ਤੁਸੀਂ ਸੌ ਰਹੇ ਹੋ ਅਤੇ ਸਾਵਧਾਨ ਨਹੀਂ ਹੋ, ਹੱਦੋਂ ਬਾਹਰ ਖਾਣ ਪੀਣ ਅਤੇ ਕੀ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਵਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ। ਇੱਥੇ ਤੁਹਾਡਾ ਮਨ ਭਾਰੀ ਹੋ ਜਾਵੇਗਾ ਦਾ ਮਤਲਬ ਹੈ ਤੁਹਾਡਾ ਵਿਸ਼ਵਾਸ ਕਮਜ਼ੋਰ ਹੋ ਜਾਵੇਗਾ। ਜੇਕਰ ਮੈਂ ਇੱਕ ਵਾਰ ਆਰਾਧਨਾ ਵਿੱਚ ਨਾ ਜਾਵਾਂ ਤਾਂ ਕੀ ਕੁਝ ਹੋਵੇਗਾ? ਇਹਨਾਂ ਵਿਚਾਰਾਂ ਨਾਲ ਸਾਡੇ ਮਨ ਭਾਰੇ ਹੋ ਜਾਣਗੇ ਅਤੇ ਸਵਰਗ ਲਈ ਸਾਡੀ ਉਮੀਦ ਕਮਜ਼ੋਰ ਹੋ ਜਾਵੇਗੀ।
ਨਤੀਜੇ ਵਜੋਂ ਅਸੀਂ ਸਵਰਗ ਤੋਂ ਹੋਰ ਦੂਰ ਚਲੇ ਜਾਵਾਂਗੇ। ਖਬਰਦਾਰ ਰਹੋ ਭਈ, ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਵਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਕੀ ਹੋਵੇਗਾ? ਉਹ ਦਿਨ ਫਾਹੀਵਾਨ ਤੁਹਾਡੇ ਉੱਤੇ ਅਚਾਨਕ ਆ ਪਵੇ। ਕੀ ਇਸ ਦਾ ਮਤਲਬ ਇਹ ਹੈ ਕਿ ਸ਼ਾਇਦ ਉਹ ਦਿਨ ਆਵੇ ਜਾਂ ਨਾ ਆਵੇ? ਇਹ ਜ਼ਰੂਰ ਆਵੇਗਾ। ਇਹ ਕੁਝ ਅਜਿਹਾ ਨਹੀਂ ਹੈ ਜੋ ਮਨੁੱਖਾਂ ਦੁਆਰਾ ਲਿਖਿਆ ਗਿਆ ਹੈ, ਬਲਕਿ ਪਰਮੇਸ਼ਵਰ ਦੁਆਰਾ ਲਿਖਿਆ ਗਿਆ ਹੈ। ਵਚਨ 35 ਕਿਉਂ ਜੋ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਧਰਤੀ ਉੱਤੇ ਰਹਿਣ ਵਾਲੇ ਹਰੇਕ ਵਿਅਕਤੀ ਉੱਤੇ ਆਵੇਗਾ? ਇਹ ਨਾ ਸਿਰਫ ਇਸਰਾਏਲੀਆਂ ਉੱਤੇ ਲਾਗੂ ਹੁੰਦਾ ਹੈ ਅਤੇ ਨਾ ਹੀ ਸਿਰਫ ਕੋਰੀਆਈ ਲੋਕਾਂ ਉੱਤੇ, ਸਗੋਂ ਧਰਤੀ ਉੱਤੇ ਸਾਰੀ ਮਨੁੱਖ ਜਾਤੀ ਉੱਤੇ ਲਾਗੂ ਹੁੰਦਾ ਹੈ। ਵਚਨ 36 ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਹਨਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜੇ ਹੋ ਸਕੋ। ਸੀਯੋਨ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਿਸ਼ਵਾਸ ਦੇ ਵਚਨ ਕਹਿਣੇ ਚਾਹੀਦੇ ਹਨ ਜਿਸ ਨਾਲ ਦੂਜਿਆਂ ਦੀ ਉન્નਤੀ ਹੋਵੇ ਅਤੇ ਦੂਜਿਆਂ ਨੂੰ ਸਵਰਗ ਦੇ ਰਾਜ ਵਿੱਚ ਜਾਣ ਲਈ ਉਤਸ਼ਾਹ ਮਿਲੇ। ਜੇ ਅਸੀਂ ਭੌਤਿਕ ਚੀਜ਼ਾਂ ਨਾਲ ਬੰਨੇ ਹਾਂ ਤਾਂ ਉਸ ਦਿਸ਼ਾ ਵਿੱਚ ਸਾਡੇ ਕੀਮਤ ਦੇ ਮਿਆਰ ਬਣਦੇ ਹਨ। ਸਾਡੀ ਕੀਮਤ ਸਦੀਪਕ ਸਵਰਗ ਵਿੱਚ ਸ਼ਾਮਿਲ ਹੈ। ਸਾਨੂੰ ਆਪਣੇ ਮਨ ਨੂੰ ਪਰਮੇਸ਼ਵਰ ਦੇ ਰਾਜ ਵੱਲ ਰੱਖਣ ਅਤੇ ਆਪਣੇ ਵਿਸ਼ਵਾਸ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਕਰਕੇ ਪਰਮੇਸ਼ਵਰ ਨੇ ਕਿਹਾ ਕਿ ਉਹ ਸਾਨੂੰ ਇਹ ਸਾਰੀਆਂ ਗੱਲਾਂ ਪਹਿਲਾਂ ਤੋਂ ਦੱਸ ਦੇਣਗੇ। ਆਓ ਅਸੀਂ ਮਰਕੁਸ ਅਧਿਆਇ 13 ਵਚਨ 23 ਦੇਖੀਏ। ਵਚਨ 23 ਵਿੱਚ ਯਿਸੂ ਨੇ ਕਿਹਾ, ਪਰ ਤੁਸੀਂ ਚੌਕਸ ਰਹੋ, ਵੇਖੋ ਉਹਨਾਂ ਨੇ ਕੀ ਕੀਤਾ ਹੈ, ਮੈਂ ਤੁਹਾਨੂੰ ਅੱਗੋਂ ਹੀ ਸਭੋ ਕੁਝ ਦੱਸ ਦਿੱਤਾ। ਲੂਕਾ ਅਧਿਆਇ 21 ਜਾਂ ਸਫਨਿਆਹ ਅਤੇ ਦੂਸਰਾ ਪਤਰਸ ਦੀਆਂ ਕਿਤਾਬਾਂ ਵਿੱਚ ਵਚਨ ਸਾਰੇ ਪਰਮੇਸ਼ਵਰ ਦੇ ਵਚਨ ਹਨ ਜੋ ਸਮੇਂ ਤੋਂ ਪਹਿਲਾਂ ਕਹੇ ਗਏ ਹਨ। ਵਚਨ 18 ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਸ ਸਾਲ ਵਿੱਚ ਨਾ ਹੋਵੇ, ਕਿਉਂਕਿ ਉਹਨੀ ਦਿਨੀ ਐਡਾ ਕਸ਼ਟ ਹੋਵੇਗਾ ਜੋ ਸਰਿਸ਼ਟ ਦੇ ਮੁੱਢੋਂ ਜਿਹਨੂੰ ਪਰਮੇਸ਼ਵਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਹੈ ਅਤੇ ਨਾ ਕਦੇ ਹੋਵੇਗਾ। ਅਰ ਜੇ ਪ੍ਰਭ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਨਾ ਬਚਦਾ, ਪਰ ਉਹਨਾਂ ਚੁਣਿਆ ਹੋਇਆ ਦੀ ਖਾਤਰ ਜਿਨ੍ਹਾਂ ਨੂੰ ਉਹਨੇ ਚੁਣਿਆ ਹੈ ਉਸਨੇ ਉਹਨਾਂ ਦਿਨਾਂ ਨੂੰ ਘਟਾਇਆ। ਕਿਉਂਕਿ ਅਜਿਹੀਆਂ ਹੈਰਾਨੀਜਨਕ ਚੀਜ਼ਾਂ ਧਰਤੀ ਉੱਤੇ ਆਉਣਗੀਆਂ, ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਅਤੇ ਸਵਰਗ ਦੇ ਰਾਜ ਵੱਲ ਦੇਖਣਾ ਚਾਹੀਦਾ ਹੈ। ਸਾਡੇ ਕੋਲ ਇਸ ਗੱਲ ਦਾ ਸਹੀ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਆਪਣਾ ਟੀਚਾ ਰੱਖਣਾ ਹੈ ਅਤੇ ਕਿੱਥੇ ਆਪਣਾ ਜੀਵਨ ਜਿਉਣਾ ਹੈ ਅਤੇ ਆਪਣੀ ਦੌੜ ਵਿੱਚ ਹਿੱਸਾ ਲੈਣਾ ਹੈ। ਅਜਿਹਾ ਕਰਨ ਲਈ ਸਾਨੂੰ ਨਵੇਂ ਨਾਮ ਪਿਤਾ ਮਸੀਹ ਅਨਸਾਂਗ ਹੋਂਗ ਜੀ ਅਤੇ ਨਾਲ ਹੀ ਮਾਤਾ ਪਰਮੇਸ਼ਵਰ ਨਵੀਂ ਯਰੂਸ਼ਲਮ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਨਵੇਂ ਨੇਮ ਵਿੱਚ ਆਪਣਾ ਵਿਸ਼ਵਾਸ ਨਹੀਂ ਗੁਆਉਣਾ ਚਾਹੀਦਾ। ਜੇਕਰ ਅਸੀਂ ਨਵੇਂ ਨੇਮ ਵਿੱਚ ਬਣੇ ਰਹਿੰਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਸਦੀਪਕ ਵਿਰਾਸਤ ਯਾਨੀ ਸਵਰਗ ਦਾ ਰਾਜ ਦੇਣਗੇ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 15 ਉੱਤੇ ਜਾਈਏ। ਇਬਰਾਨੀਆਂ ਅਧਿਆਇ 9 ਵਚਨ 15 ਵਿੱਚ ਲਿਖਿਆ ਹੈ, ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਭਈ ਉਹ ਜਿਹੜੇ ਸੱਦੇ ਹੋਏ ਹਨ ਕਿ ਸਦੀਪ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਨਵੇਂ ਨੇਮ ਦੁਆਰਾ ਵਾਅਦਾ ਕੀਤੀ ਗਈ ਸਦੀਪਕ ਵਿਰਾਸਤ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਬੁਲਾਏ ਗਏ ਹਨ। ਇਸ ਲਈ ਦੁਨਿਆਵੀ ਚੀਜ਼ਾਂ ਦੇ ਕਾਰਨ ਸਾਡੇ ਮਨ ਕਦੇ ਵੀ ਭਾਰੇ ਨਹੀਂ ਹੋਣੇ ਚਾਹੀਦੇ ਜਾਂ ਨਵੇਂ ਨੇਮ ਤੋਂ ਨਹੀਂ ਫਿਰਨੇ ਚਾਹੀਦੇ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਸਬਤ ਦਾ ਦਿਨ ਕਿੰਨਾ ਕੀਮਤੀ ਹੈ ਅਤੇ ਨਵਾਂ ਨਾਮ ਮਸੀਹ ਅਨਸਾਂਗ ਹੋਂਗ ਜੀ ਅਤੇ ਸਾਡੀ ਨਵੀਂ ਯਰੂਸ਼ਲਮ ਸਵਰਗੀ ਮਾਤਾ ਦੀ ਕਿਰਪਾ ਕਿੰਨੀ ਮਹਾਨ ਹੈ। ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ। ਸਾਨੂੰ ਆਤਮਿਕ ਤੌਰ ਤੇ ਸੁਸਤ ਨਹੀਂ ਹੋਣਾ ਚਾਹੀਦਾ।
10 ਕੁਆਰੀਆਂ ਦੇ ਦ੍ਰਿਸ਼ਟਾਂਤ ਵਿੱਚ 5 ਕੁਆਰੀਆਂ ਹਨ ਜੋ ਸੌ ਰਹੀਆਂ ਸੀ। ਉਹਨਾਂ ਨੇ ਤੇਲ ਤਿਆਰ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਨੀਂਦ ਆ ਰਹੀ ਸੀ। ਉਹਨਾਂ ਦੇ ਉਲਟ ਸਾਨੂੰ ਵਿਸ਼ਵਾਸ ਦੇ ਤੇਲ ਦੀ ਲੋੜ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਤਾਂ ਕਿ ਸਾਡਾ ਵਿਸ਼ਵਾਸ ਕਮਜ਼ੋਰ ਨਾ ਹੋਵੇ। ਸਾਡਾ ਸਦੀਪਕ ਸਵਰਗੀ ਘਰ ਸਾਡੀ ਉਡੀਕ ਕਰ ਰਿਹਾ ਹੈ। ਆਪਣੇ ਸਦੀਪਕ ਸਵਰਗੀ ਘਰ ਵਾਪਸ ਜਾਣ ਦੇ ਦਿਨ ਤੇ ਸਾਨੂੰ ਸਾਰਿਆਂ ਨੂੰ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਨਾਲ ਸਵਰਗ ਜਾਣ ਦੇ ਯੋਗ ਹੋਣਾ ਚਾਹੀਦਾ ਹੈ। ਫਿਰ ਬਾਈਬਲ ਅਨੁਸਾਰ ਜੋ ਚੀਜ਼ਾਂ ਹੋ ਰਹੀਆਂ ਹਨ, ਉਹਨਾਂ ਵਿੱਚੋਂ ਪਰਮੇਸ਼ਵਰ ਨੇ ਕੀ ਵਾਅਦਾ ਕੀਤਾ ਸੀ ਜੋ ਇਸ ਯੁੱਗ ਵਿੱਚ ਸਾਡੇ ਨਾਲ ਹੋਵੇਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਉੱਤੇ ਜਾਈਏ। ਆਓ ਅਸੀਂ ਦੇਖੀਏ ਕਿ ਪਰਮੇਸ਼ਵਰ ਉਹਨਾਂ ਸਵਰਗੀ ਲੋਕਾਂ ਨੂੰ ਕਿਹੜੀਆਂ ਆਸ਼ੀਸ਼ਾਂ ਦੇਣਗੇ ਜੋ ਨਵਾਂ ਨਾਮ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਉੱਤੇ ਵਿਸ਼ਵਾਸ ਕਰਦੇ ਹਨ, ਜਿਹੜੇ ਨਵੇਂ ਨੇਮ ਵਿੱਚ ਰਹਿੰਦੇ ਹਨ ਅਤੇ ਸੀਯੋਨ ਵਿੱਚ ਪਰਮੇਸ਼ਵਰ ਦੀ ਉਸਤਤ ਅਤੇ ਵਡਿਆਈ ਕਰਦੇ ਹਨ। ਅਧਿਆਇ 22 ਵਚਨ 1। ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗ ਉਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋੜ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭ ਪਰਮੇਸ਼ੁਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਸਾਰੇ ਲੋਕੋ, ਇਹ ਬਾਈਬਲ ਵਿੱਚ ਦਰਜ ਹੈ। ਬਾਈਬਲ ਵਿੱਚ ਲਿਖੇ ਸਾਰੇ ਵਚਨ ਪੂਰੇ ਹੋਣਗੇ। ਮਰਕੁਸ ਦੀ ਇੰਜੀਲ ਅਧਿਆਇ 13 ਵਿੱਚ ਕੀ ਯਿਸੂ ਨੇ ਇਹ ਨਹੀਂ ਕਿਹਾ, ਮੈਂ ਤੁਹਾਨੂੰ ਸਭ ਗੱਲਾਂ ਪਹਿਲਾਂ ਤੋਂ ਦੱਸ ਦਿੱਤੀਆਂ ਹਨ। ਪਰਮੇਸ਼ਵਰ ਨੇ ਸਾਨੂੰ ਆਫਤਾਂ ਤੇ ਆਪਣੇ ਆਖਰੀ ਨਿਆਂ ਬਾਰੇ ਦੱਸਿਆ। ਇਸ ਤੋਂ ਇਲਾਵਾ ਪਰਮੇਸ਼ਵਰ ਨੇ ਸਾਨੂੰ ਉਹ ਮਹਿਮਾ ਵੀ ਦੱਸੀ ਜਿਸ ਦਾ ਅਸੀਂ ਸਵਰਗ ਦੇ ਰਾਜ ਵਿੱਚ ਆਨੰਦ ਮਾਣਾਂਗੇ। ਇਹ ਗੱਲਾਂ ਨਿਸ਼ਚਿਤ ਰੂਪ ਨਾਲ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਸਾਡੇ ਲਈ ਭਵਿੱਖ ਦੀ ਆਸ ਰੱਖਣ ਲਈ ਇਹ ਕਾਫੀ ਹੈ। ਸਾਡੇ ਵਿਸ਼ਵਾਸ ਨੂੰ ਦਿਨੋਂ ਦਿਨ ਦੁਬਾਰਾ ਜਨਮ ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਸ ਮਹਿਮਾ ਦਾ ਆਨੰਦ ਲੈਣ ਵਿੱਚ ਅਸਫਲ ਨਾ ਹੋਣ ਜਿਸ ਦਾ ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਜੇ ਸਾਡਾ ਦਿਲ ਇੱਕ ਵਾਰ, 2 ਵਾਰ ਜਾਂ 10 ਵਾਰ ਭਰਾ ਹੋਣ ਲੱਗਦਾ ਹੈ ਤਾਂ ਬਾਅਦ ਵਿੱਚ ਅਸੀਂ ਨਹੀਂ ਸਮਝ ਪਾਵਾਂਗੇ ਕਿ ਨਵੇਂ ਨੇਮ ਦਾ ਪਾਲਣ ਕਰਨਾ ਕਿੰਨਾ ਕੀਮਤੀ ਹੈ ਜਾਂ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖਣਾ ਕਿੰਨਾ ਕੀਮਤੀ ਹੈ। ਇਸ ਲਈ ਬਾਈਬਲ ਸਾਨੂੰ ਜਾਗਦੇ ਰਹਿਣ ਅਤੇ ਸੁਚੇਤ ਰਹਿਣ ਦੀ ਚੇਤਾਵਨੀ ਦਿੰਦੀ ਹੈ। ਆਓ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਚੇਤ ਅਤੇ ਸਵੈ ਨਿਯੰਤਰਿਤ ਰਹੀਏ ਕਿ ਦੁਨੀਆ ਵਿੱਚ ਬਾਈਬਲ ਅਨੁਸਾਰ ਹੋਵੇਗਾ। ਆਓ ਅਸੀਂ ਕਦੇ ਨਾ ਭੁੱਲੀਏ ਕਿ ਸਾਡਾ ਭਵਿੱਖ ਬਾਈਬਲ ਅਨੁਸਾਰ ਪੂਰਾ ਹੋਵੇਗਾ। ਇਹ ਆਸ ਕਰਦੇ ਹੋਏ ਕਿ ਸਾਰੇ ਸਵਰਗੀ ਪਰਿਵਾਰ ਮੈਂਬਰ ਸਾਮਰੀਆ ਵਿੱਚ ਅਤੇ ਧਰਤੀ ਦੇ ਅੰਤ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਇੱਕ ਦੂਜੇ ਨਾਲ ਇਕਜੁੱਟ ਹੋਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।